ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ। ਸਤਿਗੁਰ ਦੀਨਾਨਾਥ ਜੀ ਦਇਆ ਸਿੰਧ ਸਿਰਮੌਰ ਅਦਕ ਪ੍ਰਕਾਸ਼ਤ ਜਗ ਭਏ ਸਮਨੇ ਕੋ ਕਿਤ ਔਰ। ਸਤਿਗੁਰ ਦੀਨਾਨਾਥ ਜੀ ਦਇਆ ਸਿੰਧ ਸਿਰਮੌਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰੁਣਾ ਨਿਧਾਨ ਭਗਤ ਵਛਲ ਰਾਜਾਨ ਰਾਜਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਜ ਸਤਿਗੁਰਾਂ ਦੀ ਮੁਕੱਦਸ ਗੋਦ ਅੰਦਰ ਉਪਸਥਿਤ ਹੋ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਡਭਾਗੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਪ੍ਰਾਪਤ ਹੋ ਰਹੀਆਂ ਹਨ। ਕਬੀਰ ਏਕ ਘੜੀ ਆਦਿ ਕਰੀ ਆਦਿ ਹੂਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜ਼ਿੰਦਗੀ ਦਾ ਥੋੜੇ ਤੋਂ ਥੋੜਾ ਸਮਾਂ ਜਿੰਨਾ ਕੋ ਸਮਾਂ ਵੀ ਸਤ ਸੰਗਤ ਕਰਦਿਆਂ ਬਤੀਤ ਹੋ ਜਾਵੇ ਉਹ ਸਫਲ ਹੈ। ਧਨ ਸੋ ਵੇਲਾ ਘੜੀ ਧਨ ਧਨ ਮੂਰਤ ਫਲਸਾਰ ਧਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰਦਰਸਾਰ। ਜਦੋਂ ਸਤਿਗੁਰੂ ਦੇ ਦਰਸ਼ਨ ਦੀਦਾਰ ਪ੍ਰਾਪਤ ਹੁੰਦੇ ਹਨ ਕਿਉਂਕਿ ਸਾਧ ਸੰਗਤ ਤੇ ਜੀਵਨ ਮਿਲਿਆ ਹੀ ਸਮਰੱਥ ਦੇ ਦਰਸ਼ਨ ਕਰਨ ਵਾਸਤੇ ਹੈ। ਭਗਤ ਰਵਿਦਾਸ ਜੀ ਦਾ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਬਹੁਤ ਜਨਮ ਵਿਛੁਰੇ ਤੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ। ਬਹੁਤ ਸਮਾਂ ਬਤੀਤ ਹੋ ਗਿਆ ਹੈ। ਸੂਕਰ ਕੂਕਰ ਜੋਣ ਭ੍ਰਮੇ ਤਉ ਲਾਜ ਨਾ ਆਈ। ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਏ ਦੇ ਸੰਜਰੀਆ। ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ 184 ਜੋਨ ਪਰਮਾਇਆ। ਯੁੱਗ ਬਤੀਤ ਹੋ ਗਏ ਨੇ ਮਾਲਕ ਦੇ ਦਰਸ਼ਨ ਕੀਤਿਆਂ ਨੂੰ। ਕੀਤੇ ਕਰਮਾਂ ਕਰਕੇ ਵਿਛੜੇ ਹਾਂ ਤੇ ਕਿਰਪਾ ਕਰਕੇ ਮਿਲਾਪ ਹੋਣਾ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਚਾਰ ਕੁੰਠ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ।
ਚਾਰੋਂ ਕੁੰਟ ਦਸੋ ਦਿਸ਼ਾਵਾਂ ਕਈ ਯੁੱਗਾਂ ਤੋਂ ਭਟਕ ਰਹੇ ਹਾਂ। ਕਲਯੁੱਗ ਦੇ ਸਮੇਂ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਉੱਪਰ ਕਿਰਪਾ ਕੀਤੀ ਹੈ, ਜੋ ਇਹ ਸਤ ਸੰਗਤ ਦੇ ਪ੍ਰਵਾਹ ਚਲਾਏ ਨੇ। ਸੰਗਤ ਦੀ ਚਰਨ ਧੂੜ ਹੀ ਮਿਲ ਜਾਵੇ ਨਾ, ਤੇ ਕਈ ਜਨਮਾਂ ਦੇ ਪਾਪ ਸਾਧ ਸੰਗਤ ਕੱਟੇ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਤਾਂ ਫਰਮਾਨ ਕਰਦੇ ਨੇ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੜਾਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਵੱਡੇ ਭਾਗਾਂ ਨਾਲੇ ਦਾਤ ਪ੍ਰਾਪਤ ਹੁੰਦੀ ਹੈ, ਇਸ ਲਈ ਵਡਭਾਗੇ ਹਾਂ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਗੁਰ ਇਤਿਹਾਸ ਵਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਮਹਾਵਾਕਾਂ ਦੇ ਅਨੁਸਾਰ ਆਪ ਜੀ ਸ਼ਰਵਣ ਕਰਦੇ ਆ ਰਹੇ ਹੋ। ਤੀਸਰੇ ਗੁਰਦੇਵ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹਨ। ਬੇਅੰਤ ਸੰਗਤਾਂ ਆਉਂਦੀਆਂ ਹਨ, ਮਨ ਇੱਛੇ ਫਲ ਪ੍ਰਾਪਤ ਕਰ ਰਹੀਆਂ ਹਨ। ਇਸੇ ਪ੍ਰਕਾਰ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਇਤਿਹਾਸ ਲਿਖਣਾ ਕੀਤਾ ਹੈ, ਜੋ ਪ੍ਰਕਰਨ ਆਪ ਜੀ ਨੇ ਕੱਲ ਸ਼ਰਵਣ ਕੀਤਾ ਹੈ, ਇਸ ਤੋਂ ਅਗਲੇਰਾ ਪ੍ਰਸੰਗ ਆਓ ਮਨ ਬਿਰਤੀਆਂ ਦੀ ਇਕਾਗਰਤਾ ਸਹਿਤ ਸਤਿਗੁਰਾਂ ਦੀ ਰਹਿਮਤ ਦੇ ਨਾਲ ਸ਼ਰਵਣ ਕਰੀਏ ਜੀ। ਗੁਰੂ ਚਰਨਾਂ ਵਿੱਚ ਆਪਣੀ ਸੁਰਤ ਨੂੰ ਟਿਕਾਉਂਦੇ ਹੋਏ ਬਾਹਰੀ ਬ੍ਰਹਿਮੰਡਾਂ ਤੋਂ ਤੋੜ ਕੇ ਮੋੜ ਕੇ ਹੋੜ ਕੇ ਸਤਿਗੁਰਾਂ ਦੇ ਚਰਨਾਂ ਨਾਲ ਜੋੜਦੇ ਹੋਏ ਇੱਕ ਵਾਰ ਰਸਨਾ ਪਵਿੱਤਰ ਕਰੋ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਦੀਨਾਨਾਥ ਜੀ, ਦਇਆ ਸਿੰਧ ਸਿਰਮੌਰ। ਸਤਿਗੁਰੂ ਜੀ ਦੀਨਾਂ ਦੀ ਰੱਖਿਆ ਕਰਨ ਵਾਲੇ, ਦਇਆ ਦੇ ਸਾਗਰ ਅਤੇ ਸਿਰਮੌਰ ਹਨ। ਅਧਿਕ ਪ੍ਰਕਾਸ਼ਿਤ ਜਗ ਭਏ, ਸਮਨੇ ਕੋ ਅਤ ਔਰ। ਤੇ ਸਤਿਗੁਰੂ ਜੀ ਦੇ ਸਮਾਨ ਹੋਰ ਕੋਈ ਨਹੀਂ। ਸਤਿਗੁਰੂ ਜੀ ਦੀ ਵਡਿਆਈ ਸੰਸਾਰ ਅੰਦਰ ਇਸੇ ਪ੍ਰਕਾਰ ਦਿਨੋਂ ਦਿਨ ਪ੍ਰਕਾਸ਼ਿਤ ਹੋ ਰਹੀ ਹੈ। ਚਾਉ ਪਈ ਉਚਿਤ ਤਰਲੋਕੀ ਦੁੱਖ ਕੇ ਹਰਤਾ। ਸਤਿਗੁਰੂ ਜੀ ਤਰਲੋਕੀ ਦੇ ਦੁੱਖਾਂ ਨੂੰ ਹਰਨ ਵਾਲੇ ਹਨ। ਗੋਬਿੰਦ ਪਾਲ ਪਰ ਕਿਰਪਾ ਸੋ ਕਰਤਾ। ਤੇ ਜਿਸ ਨਗਰ ਗੋਇੰਦਵਾਲ ਵਿੱਚ ਧੰਨ ਗੁਰੂ ਅਮਰਦਾਸ ਜੀ ਬਿਰਾਜਮਾਨ ਹਨ, ਉੱਥੇ ਤਾਂ ਨੇੜੇ ਫਿਰ ਸਤਿਗੁਰੂ ਦੀ ਕਿਰਪਾ ਵਰਤ ਹੀ ਰਹੀ ਹੈ। ਜਥਾ ਅਯੁੱਧਿਆ ਰਘੁਬਰ ਪਿਆਰੀ। ਜਿਸ ਪ੍ਰਕਾਰ ਸ੍ਰੀ ਰਾਮਚੰਦਰ ਜੀ ਨੂੰ ਆਪਣੀ ਨਗਰੀ ਅਯੁੱਧਿਆ ਪਿਆਰੀ ਲੱਗਦੀ ਸੀ, ਪ੍ਰਜਾ ਸਰਬ ਸੁਖ ਦੇ ਦੇ ਪਾਰੀ। ਉਹਨਾਂ ਨੇ ਆਪਣੀ ਪ੍ਰਜਾ ਨੂੰ, ਆਪਣੇ ਨਿਕਟ ਵਰਤੀਆਂ ਨੂੰ ਬਹੁਤ ਸੁੱਖ ਦੇਣਾ ਕੀਤੇ ਹਨ। ਜਿਮ ਸ੍ਰੀ ਕ੍ਰਿਸ਼ਨ ਦਵਾਰਕਾ ਰਹੇ, ਜਿਵੇਂ ਸ੍ਰੀ ਕ੍ਰਿਸ਼ਨ ਜੀ ਆਪਣੀ ਨਗਰੀ ਦਵਾਰਕਾ ਵਿੱਚ ਰਹੇ ਹਨ। ਨਿਜ ਠਿਗ ਬਾਸਨ ਕੇ ਦੁਖ ਦਹੈ, ਨੇੜੇ ਨੇੜੇ ਵਸਣ ਵਾਲਿਆਂ ਦੇ ਦੁੱਖ ਦੂਰ ਕੀਤੇ ਹਨ। ਜਿਸ ਬਿਦ ਸਤਿਗੁਰ ਗੋਇੰਦਵਾਲ। ਇਸੇ ਪ੍ਰਕਾਰ ਸਤਿਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਵਸਦੇ ਹਨ। ਨਾਨਾ ਸੰਕਟ ਕਟੇ ਕਰਾਲ। ਕਈ ਪ੍ਰਕਾਰ ਦੇ ਸੰਕਟ ਜਿਹੜੇ ਨੇ, ਵਿਕਰਾਲ ਸੰਕਟਾਂ ਨੂੰ ਦੂਰ ਕਰਨ ਵਾਲੇ ਹਨ। ਅਪਰ ਕਸ਼ਟ ਕੀ ਗਿਣਤੀ ਕੋ ਹੈ। ਕਵੀ ਜੀ ਕਹਿੰਦੇ, ਹੋਰ ਕਸ਼ਟਾਂ ਦੀ ਦੁੱਖਾਂ ਦੀ ਤਾਂ ਕਿਹੜੀ ਗਿਣਤੀ ਹੈ। ਦਾਰਨ ਕਾਲ ਨ ਆਨ ਸਕੋ ਹੈ। ਜਿੱਥੇ ਸਤਿਗੁਰੂ ਜੀ ਵਸਦੇ ਹਨ, ਉੱਥੇ ਮੌਤ ਦਾ ਫਰਿਸ਼ਤਾ ਜਮਦੂਤ ਵੀ ਨਹੀਂ ਆਉਂਦਾ ਹੈ। ਅਵਤ ਬਿਤੇ ਨਰ ਜੋ ਮਰ ਜਾਏ। ਜੋ ਕੋਈ ਮਨੁੱਖ ਛੋਟੀ ਅਵਸਥਾ ਵਿੱਚ ਚੜ੍ਹਾਈ ਕਰ ਜਾਂਦਾ ਹੈ, ਕਿਰਪਾ ਕਰੈ ਤਿਸ ਦੇ ਜਿਵਾਏ। ਸਤਿਗੁਰੂ ਜੀ ਆਪ ਬਖਸ਼ਿਸ਼ ਕਰਕੇ ਉਸ ਨੂੰ ਜਿੰਦਾ ਕਰ ਦਿੰਦੇ ਹਨ। ਪੂਰੀ ਵਿਖੈ ਨ ਅੰਮ੍ਰਿਤ ਕੋ ਪਾਵਹਿ। ਗੋਇੰਦਵਾਲ ਨਗਰ ਵਿੱਚ ਕੋਈ ਵੀ ਮ੍ਰਿਤੂ ਨਹੀਂ ਹੋਈ ਹੈ। ਗੁਰ ਪ੍ਰਤਾਪ ਤੇ ਜੀਤ ਰਹਾਵੈ। ਜੋ ਵੀ ਮਰਦਾ ਹੈ, ਗੁਰੂ ਦੇ ਪ੍ਰਤਾਪ ਨਾਲ ਜੀਵਤ ਹੋ ਜਾਂਦਾ ਹੈ। ਜਿਸ ਕੇ ਘਰ ਕੋ ਨਰ ਮਰ ਜਾਏ। ਜਿਸ ਵੀ ਘਰ ਵਿੱਚ ਕੋਈ ਪ੍ਰਾਣੀ ਛੋਟੀ ਅਵਸਥਾ ਵਿੱਚ ਚੜ੍ਹਾਈ ਕਰ ਜਾਂਦਾ ਹੈ, ਸੋ ਉਠਾਏ ਗੁਰ ਆਗੇ ਲਿਆਏ। ਤਾਂ ਉਸ ਮ੍ਰਿਤਕ
ਮ੍ਰਿਤਕ ਨੂੰ ਉਠਾ ਕੇ ਸਤਿਗੁਰੂ ਦੇ ਦਰਬਾਰ ਲੈ ਆਉਂਦੇ ਹਨ। ਤਬ ਕਿਰਪਾਲ ਨਿਜ ਚਰਨ ਸੁਹਾਵਤ, ਸਤਿਗੁਰੂ ਕਿਰਪਾ ਨਿਦਾਨ ਆਪਣਾ ਪਵਿੱਤਰ ਚਰਨ ਉਸ ਮ੍ਰਿਤਕ ਨੂੰ ਸੁਹਾਉਂਦੇ ਹਨ। ਤਾਤ ਕਾਲ ਤਿਸ ਮ੍ਰਿਤਕ ਜਿਵਾਵਤ, ਤਤਕਾਲ ਉਹ ਜੋ ਮ੍ਰਿਤਕ ਹੈ ਉਹ ਜਿੰਦਾ ਹੋ ਜਾਂਦਾ ਹੈ। ਜਿਸ ਕੋ ਨਰ ਉਠਾਈ ਲੈ ਆਵਹਿ, ਜਿਸ ਨੂੰ ਵੀ ਮਨੁੱਖ ਆਪਣੇ ਮੋਢਿਆਂ ਤੇ ਕੰਧਿਆਂ ਤੇ ਚੁੱਕ ਕੇ ਲੈ ਕੇ ਆਉਂਦੇ ਹਨ, ਸੋ ਨਿਜ ਪਗ ਤੇ ਸਦਨ ਸਦਾਵਹਿ। ਤਾਂ ਉਹ ਮ੍ਰਿਤਕ ਜਿਹੜਾ ਹੈ ਜਿੰਦਾ ਹੋ ਕੇ ਆਪਣੇ ਪੈਰਾਂ ਨਾਲ ਚੱਲ ਕੇ ਜਾਂਦਾ ਹੈ, ਕਿਉਂਕਿ ਸਾਧ ਸੰਗਤ ਗੁਰੂ ਸਮਰੱਥ ਹੈ। ਸਤਿਗੁਰ ਮੇਰਾ ਮਾਰ ਜੀਵਾਲੇ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜਿਸ ਕਾ ਸਾਸ ਨਾ ਕਾਢ ਤੇ ਆਪ, ਤਾਕੋ ਰਾਖਤ ਦੇ ਕਰ ਹਾਥ। ਗੁਰੂ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ, ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮੈ ਦੀਓ। ਰਾਮਦਾਸ ਦਰਸ਼ਨ ਪਰਸ, ਕਹੇ ਮਥੁਰਾ ਅੰਮ੍ਰਿਤ ਬੈਨ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜੁਨ ਪਿਖੋ ਨੈਣ। 10 ਪਾਤਸ਼ਾਹੀਆਂ ਨਿਰੰਕਾਰ ਸਰੂਪ ਨੇ, ਨਿਰੰਕਾਰ ਦਾ ਹੀ ਰੂਪ ਹਨ। ਜੋ ਵੀ ਕਰਨਾ ਚਾਹੁਣ ਕਰ ਸਕਦੇ ਹਨ, ਕਿਉਂਕਿ ਤ੍ਰਿਲੋਕੀ ਦੇ ਮਾਲਕ ਹਨ, ਆਪ ਸ੍ਰਿਸ਼ਟੀ ਪੈਦਾ ਕਰਨ ਵਾਲੇ ਹਨ। ਤੇ ਬਾਣੀ ਦਾ ਫੈਸਲਾ ਹੈ, ਹਰਨ ਭਰਨ ਜਾ ਕਾ ਨੇਤਰ ਹੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਇਸ ਲਈ ਗੁਰੂ ਦੀ ਮਹਿਮਾ ਜਿਹੜੀ ਹੈ, ਵਡਿਆਈ ਹੈ, ਉਹ ਕਹਿਣ ਕਥਨ ਤੋਂ ਬਾਹਰੀ ਹੈ, ਸਾਡੀ ਸਮਝ ਤੋਂ ਪਰੇ ਦੀ ਹੈ। ਇਸ ਪ੍ਰਕਾਰ ਇਹ ਸਤਿਗੁਰਾਂ ਦੀ ਆਪਣੀ ਮੌਜ ਹੈ। ਇਮ ਪ੍ਰਤਾਪ ਗੁਰ ਕੋ ਨਰ ਪਾਏ, ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਪ੍ਰਤਾਪ ਨਾਲ ਬਸੈ ਸੁਖੀ ਕੀਰਤ ਬਿਰਧਾਏ। ਤਾਂ ਬੜੀ ਸੁਖ ਦੇ ਨਾਲ ਵਸਦੇ ਹੋਏ ਗੁਰੂ ਸਾਹਿਬ ਦੀ ਕੀਰਤੀ ਕਰਦੇ ਹਨ। ਪ੍ਰਾਪਤ ਤਨ ਮਨ ਕੀ ਕਲਿਆਣ, ਸਾਰੇ ਜੀਵਾਂ ਨੂੰ ਤਨ ਤੇ ਮਨ ਦੀ ਕਲਿਆਣਤਾ ਪ੍ਰਾਪਤ ਹੁੰਦੀ ਹੈ। ਨਰ ਅਰੋਗ ਨਿਤ ਰਹਿ ਸੁਜਾਨ, ਸੁਜਾਨ ਮਨੁੱਖ ਨਿਤ ਪ੍ਰਤੀ ਅਰੋਗ ਗੁਰੂ ਸਾਹਿਬ ਦੀ ਕਿਰਪਾ ਨਾਲ ਰਹਿ ਰਹੇ ਹਨ। ਸਭ ਹਿਨ ਕੇ ਵਰਧਿਓ ਪਰਿਵਾਰ, ਸਭਨਾਂ ਦੇ ਪਰਿਵਾਰ ਜਿਹੜੇ ਨੇ ਫਲੀਭੂਤ ਹੋਏ ਹਨ। ਭਏ ਧਨੀ ਨਰਦਾਰਦ ਟਾਰ, ਤੇ ਸਾਰੇ ਜਿਹੜੇ ਨਗਰ ਨਿਵਾਸੀ ਸਿੱਖ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦਲਿੱਦਰ ਨੂੰ, ਗਰੀਬੀ ਨੂੰ ਦੂਰ ਕਰਕੇ ਧਨਵਾਨ ਹੋ ਗਏ ਨੇ। ਚੌਪਈ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਜਿੱਥੇ ਸਤਿਗੁਰੂ ਕਿਰਪਾ ਕਰਦਨ ਦੇਣ, ਉੱਥੇ ਦਲਿੱਦਰ ਗਰੀਬੀ ਦੂਰ ਹੋ ਜਾਂਦੀ ਹੈ। ਖਾਨ ਪਾਨ ਤੇ ਅਖੁੱਟ ਭੰਡਾਰ, ਖਾਣ ਪੀਣ ਦੇ ਭੰਡਾਰ ਜਿਹੜੇ ਨੇ ਬੜੇ ਅਖੁੱਟ ਨਾ ਮੁੱਕਣ ਵਾਲੇ ਹਨ। ਨੈ ਚਿੰਤਾ ਕਿਸ ਹਿਰਦੈ ਮਝਾਰ, ਤੇ ਕਿਸੇ ਪ੍ਰਾਣੀ ਨੂੰ ਵੀ ਸਤਿਗੁਰਾਂ ਦੇ ਉੱਥੇ ਹੁੰਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਵੀ ਹਿਰਦੇ ਵਿੱਚ ਚਿੰਤਾ ਨਹੀਂ ਹੈ। ਧੰਨ ਧੰਨ ਸਤਿਗੁਰ ਕੋ ਕਹੈ, ਸਾਰੇ ਹੀ ਆਪਣੀ ਰਸਨਾ ਨਾਲ ਸਤਿਗੁਰੂ ਜੀ ਨੂੰ ਧੰਨ ਧੰਨ ਆਖਦੇ ਹਨ। ਦੁਆਰੇ ਪਰ ਨਿਤ ਬੰਦਿਤ ਰਹੈ, ਰੋਜ਼ ਆ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਨਮਸਕਾਰ ਕਰਦੇ ਹਨ। ਜਹ ਕਹਿ ਬੈਠੈ ਗੁਰੂ ਸਰਾਹੈ, ਜਿੱਥੇ ਕਿੱਥੇ ਵੀ ਮਨੁੱਖ ਚਾਰ ਇਕੱਤਰ ਹੁੰਦੇ ਨੇ, ਗੁਰੂ ਸਾਹਿਬ ਦੀ ਉਪਮਾ ਕਰਦੇ ਹਨ। ਸਮਤਾ ਰਾਮਚੰਦ ਕੀ ਪ੍ਰਾਹੈ, ਇਸੇ ਪ੍ਰਕਾਰ ਜਿਵੇਂ ਰਾਮਚੰਦਰ ਜੀ ਦੇ ਸੇਵਕ ਉਹਨਾਂ ਦੀ ਉਪਮਾ ਕਰਦੇ ਹਨ। ਬੱਲੂ ਸੋ ਆਗਿਆ ਕਰ ਰਾਖੀ, ਜੋ ਸਤਿਗੁਰਾਂ ਦਾ ਨਿਕਟਵਰਤੀ ਸੇਵਕ ਭਾਈ ਬੱਲੂ ਹੈ, ਸਤਿਗੁਰੂ ਜੀ ਨੇ ਉਸ ਨੂੰ ਹੁਕਮ ਕਰ ਰੱਖਿਆ ਹੈ ਪੁਰਖ ਕੀ ਇਸਤਰੀ ਜੋ ਹੈ ਦੁਖੀ, ਕਿ ਕੋਈ ਵੀ ਨਗਰ ਨਿਵਾਸੀ ਪੁਰਖ ਜਾਂ ਇਸਤਰੀ ਦੁਖੀ ਦੇਖਦੇ ਹੋ ਤੈ ਕੀ ਸੁਧ ਤਬ ਆਨ ਸੁਨਾਵੈ, ਤਾਂ ਉਹਨਾਂ ਦੀ ਖਬਰ ਸਾਨੂੰ ਆ ਕੇ ਦੇਣੀ ਹੈ। ਕਹਿ ਹਮ ਸੋਤੇ ਕਸ਼ਟ ਮਿਟਾਵਹੁ, ਤੇ ਸਾਨੂੰ ਆਖ ਕੇ ਉਹਨਾਂ ਦਾ ਕਸ਼ਟ ਜਿਹੜਾ ਹੈ ਉਹ ਮਿਟਾਉਣਾ ਹੈ। ਵਿਧਵਾ ਬਸਤ ਪੁਰੀ ਛਤਰਾਨੀ, ਇੱਕ ਨਗਰ ਗੋਇੰਦਵਾਲ ਦੇ ਵਿੱਚ ਖੱਤਰੀ ਜਾਤ ਦੀ ਇਸਤਰੀ ਵਿਧਵਾ ਵਸ ਰਹੀ ਹੈ। ਉਤੋ ਏਕ ਨੰਦਨ ਸੁਖਦਾਨੀ, ਉਸ ਦਾ ਇੱਕ ਬੜਾ ਪਿਆਰਾ ਪੁੱਤਰ ਹੈ।
ਮਹਾ ਕਸ਼ਟ ਤੇ ਸੁਤ ਕੋ ਪਾਲਾ ਬੜਾ ਕਸ਼ਟ ਕਰਕੇ ਉਸ ਵਿਧਵਾ ਨੇ ਉਸ ਬੱਚੇ ਦੀ ਪਾਲਣਾ ਕੀਤੀ ਹੈ। ਬਿਨ ਭਰਤਾ ਤੇ ਪਿਆ ਸੋ ਬਸਾਲਾ ਕਿਉਂਕਿ ਸਿਰ ਤੇ ਪਤੀ ਨਾ ਹੋਣ ਕਰਕੇ ਪੁੱਤਰ ਆਸਰਾ ਹੈ ਤੇ ਬੜਾ ਪਿਆਰਾ ਲੱਗਦਾ ਹੈ। ਇੱਕ ਦੋਏ ਦਿਨ ਤਿਸ ਕੋ ਤਪ ਆਵਾ ਇੱਕ ਦੋ ਦਿਨ ਵਾਸਤੇ ਉਸ ਬੱਚੇ ਦੇ ਸਰੀਰ ਤੇ ਕਸ਼ਟ ਬੁਖਾਰ ਆਇਆ ਹੈ ਤਾਤ ਕਾਲ ਤਿਸ ਤਨ ਬਿਨ ਸਾਵਾ ਤਾਂ ਤਤਛਣ ਹੀ ਉਹ ਸਰੀਰ ਤਿਆਗ ਜਾਂਦਾ ਹੈ। ਆਦੀ ਨਿਸਾ ਹੁਤੀ ਤੇ ਕਾਲਾ ਉਸ ਸਮੇਂ ਅੱਧੀ ਰਾਤ ਦਾ ਸਮਾਂ ਹੈ। ਰੁਦਤ ਬ੍ਰਿਧਾ ਪਿਕ ਸੁਤ ਗ੍ਰਹ ਕਾਲਾ ਤਾਂ ਉਹ ਇਸਤਰੀ ਨੇ ਜਦੋਂ ਦੇਖਿਆ ਤਾਂ ਦੇਖ ਕੇ ਰੋਣ ਲੱਗ ਜਾਂਦੀ ਹੈ। ਸੋਗ ਕਰਤ ਬਿਰਲਾਪ ਪੁਕਾਰਾ ਸੋਗ ਕਰਦੀ ਹੋਈ ਉੱਚੀ ਉੱਚੀ ਵਿਰਲਾਪ ਕਰਦੀ ਹੈ। ਹੇ ਸੁਤ ਮੈਂ ਅਬਲੋ ਤੁਝ ਪਾਰਾ ਕਹਿਣ ਲੱਗੀ ਕਿ ਹੇ ਪੁੱਤਰ ਮੈਂ ਤਾਂ ਤੈਨੂੰ ਬੜੇ ਪਿਆਰ ਨਾਲ ਪਾਲਣਾ ਕੀਤਾ ਹੈ ਸੁਖ ਤੇਰੋ ਨ ਦੇਖਨ ਕੀਨਾ ਤੇ ਅਜੇ ਛੋਟੀ ਜੀ ਆਵਦ ਹੈ, ਛੋਟੀ ਉਮਰ ਹੈ, ਮੈਂ ਤੇਰਾ ਕੋਈ ਸੁੱਖ ਵੀ ਨਹੀਂ ਦੇਖਿਆ ਹੈ। ਗਇਓ ਕਹਾਂ ਤੂੰ ਮੋਹਿ ਬਹੀਨਾ ਤੂੰ ਮੌਤ ਹੋ ਗਈ ਹੈ, ਹੁਣ ਮੈਨੂੰ ਛੱਡ ਕੇ ਕਿੱਥੇ ਚਲਾ ਗਿਆ ਹੈ। ਆਪਣੇ ਸੰਗ ਲਿਓ ਹੇ ਨੰਦਨ ਹੇ ਪੁੱਤਰ ਮੈਨੂੰ ਵੀ ਆਪਣੇ ਸੰਗ ਆਪਣੇ ਨਾਲ ਹੀ ਲੈ ਜਾਣਾ ਕਰ। ਮੈਂ ਕਰਿਓ ਨਿਜ ਪ੍ਰਾਨ ਨਿਕੰਦਨ ਮੈਂ ਵੀ ਇਸੇ ਪ੍ਰਕਾਰ ਚਾਹੁੰਦੀ ਹਾਂ ਕਿ ਮੇਰੇ ਵੀ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣ। ਕਹਾਂ ਕਰੋ ਜਿය ਕੈ ਪਛਤਾਤੀ ਇਸ ਪ੍ਰਕਾਰ ਮੈਂ ਤੇਰੇ ਤੋਂ ਬਾਅਦ ਜਿਉਂ ਕੇ ਕੀ ਕਰਨਾ ਹੈ। ਇੱਕ ਅਲੰਬ ਤੂੰ ਮਮ ਸੁਖ ਥਾਤੀ ਤੂੰ ਇੱਕੋ ਹੀ ਇੱਕ ਮੇਰਾ ਆਸਰਾ ਤੇ ਇੱਕੋ ਹੀ ਪੁੱਤਰ ਹੈ। ਇਤਿਆਦਿਕ ਵੋ ਊਚ ਪੁਕਾਰਤ ਇਸ ਪ੍ਰਕਾਰ ਉਹ ਵਿਧਵਾ ਜਿਹੜੀ ਹੈ ਉੱਚੀ ਉੱਚੀ ਕੂਕ ਪੁਕਾਰ ਕਰ ਰਹੀ ਹੈ। ਮਹਾ ਸ਼ੋਕ ਮੈਂ ਕੇਸ ਉਖਾਰਤ ਤਾਂ ਇੰਨੇ ਸੋਗ ਵਿੱਚ ਡੁੱਬੀ ਹੋਈ ਆਪਣੇ ਸਿਰ ਦੇ ਕੇਸਾਂ ਨੂੰ ਉਖਾੜਦੀ ਪੁੱਟਦੀ ਹੈ। ਸਿਰ ਪੀਟਤ ਉੱਚੀ ਧੁਨ ਰੋਈ ਉੱਚੀ ਉੱਚੀ ਰੋਂਦੀ ਹੋਈ ਆਪਣੇ ਸਿਰ ਉੱਪਰ ਹੱਥ ਦੁਹੱਥੜਾ ਮਾਰਦੀ ਹੈ। ਅਤ ਸੰਕਟ ਤੇ ਧੀਰ ਨ ਹੋਈ ਇੰਨੇ ਸੰਕਟ ਵਿੱਚ ਆਈ ਹੋਈ ਧੀਰਜ ਨਹੀਂ ਕਰ ਰਹੀ ਹੈ। ਜਾਮ ਜਾਮਈ ਜਬ ਰਹਿ ਸੇਖ ਜਦੋਂ ਇੱਕ ਪਹਿਰ ਰਾਤ ਰਹਿ ਜਾਂਦੀ ਹੈ ਉਠੇ ਜਾਗਤ ਪ੍ਰਭੂ ਵਿਸੇਖ ਤਾਂ ਸਤਿਗੁਰੂ ਪਾਤਸ਼ਾਹ ਜੀ ਦਾ ਨੇਮ ਹੈ, ਨੇਮ ਨਾਲ ਰੋਜ਼ ਉੱਠ ਖੜਦੇ ਹਨ। ਵਿਧਵਾ ਨੇ ਨਿਜ ਸੁਤ ਉਚਵਾਏ ਤਾਂ ਉਸ ਵਿਧਵਾ ਇਸਤਰੀ ਨੇ ਆਪਣੇ ਪੁੱਤਰ ਨੂੰ ਉਠਾਇਆ ਹੈ। ਗੁਰੂ ਦਵਾਰੈ ਪਰ ਪਾਇਓ ਆਏ ਤਾਂ ਸਤਿਗੁਰਾਂ ਦੇ ਦਰਵਾਜ਼ੇ ਤੇ ਲਿਆ ਕੇ ਪਾ ਦਿੱਤਾ ਹੈ। ਰੋਦਤ ਉੱਚੀ ਧੁਨ ਕੋ ਕਰਕੇ ਉੱਚੀ ਧੁਨ ਕਰਕੇ ਉੱਚੀ ਉੱਚੀ ਆਵਾਜ਼ ਵਿੱਚ ਰੋ ਰਹੀ ਹੈ। ਤੈ ਛਨ ਕਾਨ ਪਰੀ ਸਤਿਗੁਰ ਕੈ ਤਾਂ ਉਸ ਦੇ ਰੋਣ ਦੀ ਆਵਾਜ਼ ਸਤਿਗੁਰੂ ਅਮਰਦਾਸ ਜੀ ਦੇ ਕੰਨਾਂ ਤੱਕ ਪਹੁੰਚੀ ਹੈ। ਦੁਖੀ ਬਿਲਾਪਤ ਸੁਨਤ ਕਿਰਪਾਲ ਦੁਖੀ ਹੋ ਕੇ ਤੇ ਵਿਰਲਾਪ ਕਰਦੀ ਵੇਖ ਕੇ ਕਿਰਪਾਲੂ ਸਤਿਗੁਰੂ ਜੀ ਸਹਿ ਨਾ ਸਕੇ ਹਿਰਦੇ ਤਿਸ ਕਾਲ ਉਸ ਸਮੇਂ ਉਸ ਦਾ ਦੁੱਖ ਜਿਹੜਾ ਹੈ ਹਿਰਦੇ ਵਿੱਚ ਸਹਿਨ ਨਹੀਂ ਕਰ ਰਹੇ ਹਨ। ਨਿਕਟ ਦੇਖ ਬੱਲੂ ਸੰਗ ਕਇਓ ਸਤਿਗੁਰਾਂ ਦਾ ਮਨ ਜਿਹੜਾ ਹੈ ਦਰਬ ਗਿਆ ਹੈ ਤੇ ਆਪਣੇ ਪੇਖ ਨੇੜੇ ਬੱਲੂ ਨੂੰ ਦੇਖਣਾ ਕੀਤਾ ਹੈ। ਕੌਣ ਬਿਰਲਾਪਤ ਦੁਖ ਜਨ ਲਹਿਓ ਤੇ ਪੁੱਛਦੇ ਨੇ ਕਿ ਕੌਣ ਹੈ, ਕਿਹੜਾ ਦੁਖੀ ਹੈ ਜਿਹੜਾ ਇੰਨਾ ਵਿਰਲਾਪ ਕਰ ਰਿਹਾ ਹੈ। ਜਾਓ ਨਿਕਟ ਤਿਸ ਰੁਦਨ ਹਟਾਓ ਜਾਓ ਜਾ ਕੇ ਉਸ ਨੂੰ ਰੋਣ ਤੋਂ ਰੁਦਨ ਕਰਨ ਤੋਂ ਰੋਕਣਾ ਕਰੋ। ਧੀਰਜ ਦੇ ਕਰ ਇਮ ਸਮਝਾਓ ਇਸ ਪ੍ਰਕਾਰ ਉਹਨਾਂ ਨੂੰ ਧੀਰਜ ਦੇ ਕੇ ਸਮਝਾਉਣਾ ਕਰੋ। ਅੰਮ੍ਰਿਤ ਵੇਲਾ ਸਭ ਫਲ ਵਾਰੋ ਉਹਨਾਂ ਨੂੰ ਦੱਸੋ ਕਿ ਹੁਣ ਅੰਮ੍ਰਿਤ ਵੇਲਾ ਹੈ ਜੋ ਸਾਰੇ ਫਲਾਂ ਦੇ ਦੇਣ ਵਾਲਾ ਹੈ। ਪ੍ਰਭ ਸਿਮਰਨ ਕੋ ਨਾਮ ਸੰਭਾਰੋ ਤੇ ਉਸ ਨੂੰ ਕਹੋ ਕਿ ਰੋਣਾ ਬੰਦ ਕਰਕੇ ਪ੍ਰਭੂ ਦਾ ਸਿਮਰਨ ਕਰਨਾ ਸ਼ਿਮਾ ਕਰੋ ਹੋਵਨ ਲਗ ਪ੍ਰਾਪਤੀ ਇਸ ਪ੍ਰਕਾਰ ਜਦੋਂ ਦਿਨ ਚੜ੍ਹੇਗਾ ਉਦੇ ਸੂਰ ਤੇ ਦੁਖ ਹੋਇਆਤੀ ਤਾਂ ਸੂਰਜ ਚੜ੍ਹਨ ਦੇ ਨਾਲ ਉਹਨਾਂ ਦਾ ਦੁੱਖ ਜਿਹੜਾ ਹੈ ਉਹ ਦੂਰ ਹੋ ਜਾਵੇਗਾ। ਬੱਲੂ ਸੁਣ ਕਰ ਬਾਹਰ ਆਇਓ ਤਾਂ ਬੱਲੂ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਬਾਹਰ ਆਉਂਦਾ ਹੈ। ਦੇਖ ਬ੍ਰਿਧਾ ਕੋ ਤਬ ਸਮਝਾਇਓ ਤਾਂ ਉਸ ਵਿਧਵਾ ਇਸਤਰੀ ਨੂੰ ਆ ਕੇ ਸਮਝਾਉਣ ਦਾ ਯਤਨ ਕਰਦਾ ਹੈ। ਸਤਿਗੁਰ ਆਗਿਆ ਦੀਨ ਸਤੋਹੇ ਸਤਿਗੁਰੂ ਜੀ ਨੇ ਤੁਹਾਨੂੰ ਇਹ ਆਗਿਆ ਦੇ ਕੇ ਮੈਨੂੰ ਭੇਜਿਆ ਹੈ ਅੰਮ੍ਰਿਤ ਸਮੇਂ ਤੂਸਨੀ ਹੋਏ ਕਿ ਅੰਮ੍ਰਿਤ ਵੇਲਾ ਹੈ, ਰੋਣਾ ਨਹੀਂ, ਚੁੱਪ ਕਰ ਜਾਓ। ਹੋਤ ਪ੍ਰਾਤ ਤਬ ਨੰਦਨ ਤੇਰਾ ਜਦੋਂ ਦਿਨ ਦਾ ਚੜ੍ਹਾਅ ਹੋਵੇਗਾ, ਪ੍ਰਾਤੇ ਕਾਲ ਦਾ ਸਮਾਂ ਹੋਵੇਗਾ ਤੇ ਜਵਾਏ ਨ ਕਰਹੀ ਦੇਰਾ ਤੇ ਸਤਿਗੁਰੂ ਜੀ ਨੇ ਕਿਰਪਾ ਕਰਨੀ ਹੈ, ਤੇਰੇ ਪੁੱਤਰ ਨੂੰ ਜਿੰਦਾ ਕਰ ਦੇਣਾ ਹੈ। ਸ਼ਬਦ ਰੁਦਨ ਕੋ ਨਹੀਂ ਉਠਾਵੋ ਇਸ ਪ੍ਰਕਾਰ ਤੁਸੀਂ ਇਹ ਜਿਹੜਾ ਰੁਦਨ ਹੈ ਇਹ ਕਰਨਾ ਬੰਦ ਕਰੋ ਬੈਠੀ ਰਹੋ ਰਾਮ ਗੁਣ ਗਾਵੋ ਤੇ ਚੁੱਪ ਕਰਕੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ, ਰੱਬ ਦੇ ਗੁਣ ਗਾਉਣਾ ਕਰੋ। ਸੁਨ ਬੱਲੂ ਕੇ ਬਚਨ ਸੁਖ ਵਾਰੇ ਬੱਲੂ ਜੀ
ਦੇ ਮਨ ਨੂੰ ਸੁੱਖ ਦੇਣ ਵਾਲੇ ਬਚਨ ਜਦੋਂ ਉਸ ਵਿਧਵਾ ਨੇ ਸੁਣੇ ਹਨ, ਜਿਹ ਪੁੱਤਰ ਨਿਸ਼ਚੈ ਚਿਤ ਧਾਰੇ, ਤਾਂ ਮਨ ਦੇ ਵਿੱਚ ਇਹ ਨਿਸ਼ਚਾ ਤਾਂ ਹੋ ਗਿਆ ਹੈ ਕਿ ਸਤਿਗੁਰੂ ਦੇ ਬਚਨ ਹਨ, ਮੇਰਾ ਪੁੱਤਰ ਜਿੰਦਾ ਹੋ ਜਾਵੇਗਾ। ਤਉ ਸੋਖ ਤੇ ਪੀੜਤ ਭਾਰੀ, ਪਰ ਦੁਖੀ ਹੋਣ ਕਰਕੇ ਫਿਰ ਸੋਗ ਕਰਕੇ ਜਿਹੜੀ ਹੈ ਫਿਰ ਉਸੇ ਪ੍ਰਕਾਰ ਹੀ ਰੁਦਨ ਕਰਦੀ ਹੈ, ਉੱਚੀ ਕੂਕ ਸੁਤਰੀਆ ਪੁਕਾਰੀ, ਉੱਚੀ ਕੂਕ ਦੇ ਕੇ ਪੁਕਾਰਦੀ ਹੈ, ਕਰਨ ਲਗੀ ਬਿਰਲਾਪ ਕਨੇਰਾ, ਬਹੁਤ ਵਿਰਲਾਪ ਕਰਨ ਲੱਗੀ ਹੈ। ਮੁਝੇ ਅਲੰਭ ਸਤਿਗੁਰੂ ਤੇਰਾ, ਕਹਿ ਰਹੀ ਹੈ ਕਿ ਸਤਿਗੁਰੂ ਜੀ ਮੈਨੂੰ ਇੱਕ ਆਪ ਜੀ ਦਾ ਹੀ ਅਲੰਭ ਆਸਰਾ ਹੈ, ਸੁਤ ਬਿਨ ਮੇਰੋ ਕੋ ਜਗ ਨਾਹੀ, ਇਸ ਪੁੱਤਰ ਤੋਂ ਬਿਨਾ ਮੇਰਾ ਸੰਸਾਰ ਵਿੱਚ ਹੋਰ ਕੋਈ ਸੰਗੀ ਨਹੀਂ ਹੈ। ਇੱਕ ਪੁੱਤਰਾ ਮੈਂ ਸੰਕਟ ਮਾਹੀ, ਇੱਕੋ ਪੁੱਤਰ ਦੀ ਮਾਂ ਹੋਣ ਕਰਕੇ ਮੈਂ ਬੜੇ ਸੰਕਟ ਦੁੱਖ ਵਿੱਚ ਹਾਂ। ਸਰਨ ਆਪ ਕੀ ਆਨ ਰਹੇ ਹਮ, ਇਸ ਲਈ ਹੁਣ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਇਸ ਕੀ ਲਾਜ ਵਿਚਾਰੋ ਔਰ ਤੁਮ, ਤੇ ਸੱਚੇ ਪਾਤਸ਼ਾਹ ਜੀ ਇਹ ਵਿਚਾਰ ਲਾਜ ਜਿਹੜੀ ਹੈ ਆਪਣੇ ਹਿਰਦੇ ਵਿੱਚ ਵਿਚਾਰ ਨਾ ਕਰੋ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਸ਼ਰਨ ਆਏ ਦੀ ਲਾਜ ਹੈ। ਇਸ ਲਈ ਉਸ ਮਾਤਾ ਨੇ ਵਿਰਲਾਪ ਕਰਦੇ ਹੋਏ ਸਤਿਗੁਰੂ ਜੀ ਦੇ ਅੱਗੇ ਆਪਣਾ ਵਾਸਤਾ ਪਾਇਆ ਹੈ। ਹਾਏ ਹਾਏ ਕਹਿ ਪੂਕ ਪੁਕਾਰ ਹੈ, ਹਾਏ ਹੈ ਕਰਕੇ ਉੱਚੀ ਉੱਚੀ ਕੂਕ ਪੁਕਾਰ ਕਰਦੀ ਹੈ। ਪੀੜਤ ਸਿਰ ਕੇ ਬਾਹਰ ਉਖਾਰ ਹੈ, ਪਿੱਟਦੀ ਹੋਈ ਸਿਰ ਦੇ ਵਾਲ ਪੁੱਟ ਰਹੀ ਹੈ। ਤਬ ਬੱਲੂ ਨੇ ਆਨ ਸੁਨਾਈ, ਤਾਂ ਬੱਲੂ ਜੀ ਨੇ ਇਸ ਪ੍ਰਕਾਰ ਆ ਕੇ ਸਤਿਗੁਰਾਂ ਨੂੰ ਕਹਿਣਾ ਕੀਤਾ ਹੈ ਸ੍ਰੀ ਪ੍ਰਭ ਮੈਂ ਕਹਿ ਬਹੁ ਸਮਝਾਈ, ਕਿ ਮਹਾਰਾਜ ਮੈਂ ਬਹੁਤ ਸਮਝਾਉਣ ਦਾ ਯਤਨ ਕੀਤਾ ਹੈ, ਸੁਣਤ ਰੁਦਨ ਪੁਨ ਕਰਤ ਕਨੇਰਾ, ਪਰ ਸੁਣ ਕੇ ਉਹ ਤਾਂ ਹੋਰ ਉੱਚੀ ਉੱਚੀ ਰੁਦਨ ਕਰਨ ਲੱਗ ਗਈ ਹੈ। ਵਿਧਵਾ ਪੁੱਤਰ ਮਰਿਓ ਧਰ ਗੇਰਾ, ਇੱਕ ਵਿਧਵਾ ਇਸਤਰੀ ਹੈ ਜਿਸ ਦਾ ਇੱਕੋ ਇੱਕ ਪੁੱਤਰ ਚੜ੍ਹਾਈ ਕਰ ਗਿਆ ਹੈ। ਤਬ ਕਿਰਪਾਲ ਨਿਕਸੇ ਨਿਜ ਦਵਾਰੇ, ਤਾਂ ਸਤਿਗੁਰੂ ਜੀ ਕਿਰਪਾਲੂ ਆਪਣੇ ਦਰਵਾਜ਼ੇ ਤੋਂ ਬਾਹਰ ਆਉਂਦੇ ਹਨ। ਗਏ ਤਾਂ ਜੈ ਰੁਦਨ ਉਚਾਰੇ, ਤਾਂ ਜਿਸ ਦਰਵਾਜ਼ੇ ਤੇ ਉਸ ਬੱਚੇ ਨੂੰ ਪਾਇਆ ਹੈ ਰੁਦਨ ਹੋ ਰਿਹਾ ਹੈ ਉਸ ਪਾਸੇ ਜਾਂਦੇ ਹਨ। ਨਿਜ ਪਦ ਪੰਕਜ ਸੀਸ ਸੁਹਾਇਓ, ਤਾਂ ਆਪਣਾ ਜਿਹੜਾ ਪਾਵਨ ਚਰਨ ਹੈ ਉਸ ਮ੍ਰਿਤਕ ਬੱਚੇ ਦੇ ਸੀਸ ਨੂੰ ਛੁਹਾਉਣਾ ਕੀਤਾ ਹੈ। ਮ੍ਰਿਤਕ ਬਾਲ ਤਤਕਾਲ ਜੀਵਾਇਓ, ਤਾਂ ਉਹ ਮ੍ਰਿਤਕ ਬੱਚਾ ਜਿਹੜਾ ਹੈ ਤਤਕਾਲ ਹੀ ਜਿੰਦਾ ਹੋ ਜਾਂਦਾ ਹੈ। ਸੁਤ ਸਮੇਤ ਕਰ ਗੁਰ ਕੋ ਬੰਧਨ, ਤਾਂ ਉਹ ਇਸਤਰੀ ਜਿਹੜੀ ਹੈ ਬੱਚੇ ਦੇ ਜਿੰਦਾ ਹੋ ਜਾਣ ਤੋਂ ਬਾਅਦ ਪੁੱਤਰ ਸਮੇਤ ਸਤਿਗੁਰਾਂ ਨੂੰ ਬੰਦਨਾ ਨਮਸਕਾਰ ਕਰਦੀ ਹੈ। ਗਮਨੀ ਸਦਨ ਸੰਗ ਕਰ ਨੰਦਨ, ਸਤਿਗੁਰਾਂ ਦਾ ਸ਼ੁਕਰਾਨਾ ਕਰਕੇ ਪੁੱਤਰ ਨੂੰ ਲੈ ਕੇ ਆਪਣੇ ਘਰ ਆ ਜਾਂਦੀ ਹੈ। ਸ੍ਰੀ ਗੁਰੂ ਅਮਰ ਗਏ ਨਿਜ ਥਾਨਾ, ਸਤਿਗੁਰੂ ਅਮਰਦਾਸ ਜੀ ਉਸ ਪ੍ਰਕਾਰ ਆਪਣੇ ਨਿਜ ਅਸਥਾਨ ਤੇ ਚਲੇ ਜਾਂਦੇ ਹਨ। ਬੱਲੂ ਸੋ ਇਸ ਰੀਤ ਬਖਾਨਾ, ਤੇ ਇਸ ਪ੍ਰਕਾਰ ਬੱਲੂ ਨੂੰ ਆਖਦੇ ਹਨ ਮ੍ਰਿਤਕ ਜੀਵਾਵਨ ਭਲੀ ਨਾ ਬਾਤ, ਮ੍ਰਿਤਕ ਨੂੰ ਜਿੰਦਾ ਕਰਨਾ ਇਹ ਜੋ ਬਾਤ ਹੈ ਗੱਲ ਭਲੀ ਨਹੀਂ ਹੈ। ਯਾਤੇ ਅਬ ਇਸ ਤੇ ਉਪਰਾਂਤ, ਅੱਜ ਤੋਂ ਬਾਅਦ ਇਸ ਤੋਂ ਉਪਰੰਤ ਜੋ ਵੀ ਅੱਗੇ ਹੋਣ ਵਾਲਾ ਹੈ ਨਾਰਤਿ ਮ੍ਰਿਤਕ ਹੋਏ ਕਬ ਨਾਹੀ, ਕੋਈ ਵੀ ਮਨੁੱਖ ਇਸਤਰੀ ਜਿਹੜਾ ਹੈ ਇਸ ਨਗਰ ਵਿੱਚ ਨਹੀਂ ਮਰੇਗਾ। ਜਬ ਲਗ ਤਨ ਧਰਮਪੁਰ ਮਾਹੀ, ਜਿੰਨਾ ਚਿਰ ਅਸੀਂ ਸਰੀਰ ਧਾਰਨ ਕਰਕੇ ਇਸ ਨਗਰ ਵਿੱਚ ਬੈਠੇ ਹਾਂ। ਜਮ ਕੋ ਠਾਕਰਿਓ ਤਿਸ ਕਾਲਾ, ਤੇ ਜਮ ਨੂੰ ਉਸੇ ਸਮੇਂ ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ ਹੈ ਜੋ ਸਭ ਜੀਵਨ ਕਰਤੋ ਕਾਲ, ਜੋ ਸਾਰੇ ਜੀਵਾਂ ਦੇ ਪ੍ਰਾਣ ਲੈਣ ਵਾਲਾ ਯਮਰਾਜ ਹੈ ਧਰਮਦੂਤ ਹੈ। ਸਤਿਗੁਰੂ ਜੀ ਨੇ ਉਸ ਨੂੰ ਹੁਕਮ ਕਰ ਦਿੱਤਾ ਹੈ ਗੋਇੰਦਵਾਲ ਵਿਖੇ ਨ ਆਵਹੋ, ਕਿ ਅੱਜ ਤੋਂ ਬਾਅਦ ਜਿੰਨਾ ਸਮਾਂ ਅਸੀਂ ਸਰੀਰ ਧਾਰਨ ਕਰਕੇ ਬੈਠੇ ਹਾਂ ਗੋਇੰਦਵਾਲ ਨਗਰੀ ਵਿੱਚ ਨਹੀਂ ਆਉਣਾ ਹੈ। ਕਿਸਕੇ ਪ੍ਰਾਨ ਨਹੀਂ ਬਿਨਸਾਵਹੋ, ਤਾਂ ਕਿਸੇ ਦੇ ਵੀ ਪ੍ਰਾਣ ਜਿਹੜੇ ਨੇ ਉਹ ਬਿਨਸਨੇ ਭਾਵ ਨਹੀਂ ਕੱਢਣੇ ਹਨ, ਨਹੀਂ ਮਾਰਨਾ ਹੈ। ਦੋਏ ਵੀ ਸੰਮਤ ਲਓ ਸਤਗੁਰ, ਸਤਿਗੁਰੂ ਜੀ ਦੋਏ ਵੀ ਸੰਮਤ ਭਾਵ 22 ਸਾਲ ਇਸ ਨਗਰ ਵਿੱਚ ਰਹੇ ਹਨ। ਲੈ ਗਾਦੀ ਕੋ ਬਸਤ ਭਏ ਪੁਰ, ਤੇ ਗੁਰਤਾ ਗੱਦੀ ਪ੍ਰਾਪਤ ਕਰਕੇ ਕਿਉਂਕਿ 62 ਸਾਲ ਦੀ ਉਮਰ ਵਿੱਚ ਆਪ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ ਸਨ। 11 ਸਾਲ ਲਗਾਤਾਰ ਗੁਰੂ ਹੁਕਮ ਮੰਨਦੇ ਹੋਏ ਗਾਗਰ ਲੈ ਕੇ ਸਤਿਗੁਰਾਂ ਦੇ ਅੱਗੇ ਮੁਰਦਾ ਹੋਏ ਮਰੀਦ ਬਣ ਕੇ ਅਮਰਦਾਸ ਜੀ ਨੇ ਸੇਵਾ ਕਮਾਈ ਹੈ। ਸੇਵਾ ਕਮਾ ਕੇ ਗੁਰੂ ਅੰਗਦ ਦੇਵ ਜੀ ਤੋਂ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਕੀਤੀ ਹੈ। ਤੇ 22 ਸਾਲ ਸਵਾ 95 ਸਾਲ ਦੀ ਸਰੀਰਕ ਆਰਜਾ 1 ਸਤੰਬਰ 1574 ਈਸਵੀ ਤੱਕ ਤੀਸਰੇ ਪਾਤਸ਼ਾਹ ਜੀ ਸਰੀਰ ਕਰਕੇ ਇਸ ਧਰਤੀ ਤੇ ਵਿਚਰੇ ਹਨ। ਸਾਧ ਸੰਗਤ ਜਿਹੜੀ ਉਮਰ ਆਪਾਂ ਕਹਿ ਦਿੰਦੇ ਬਿਰਧ ਅਵਸਥਾ ਹੋ ਗਈ ਹੈ
ਸਰਕਾਰਾਂ ਵੀ 58 ਸਾਲ ਤੋਂ ਬਾਅਦ ਰਿਟਾਇਰਮੈਂਟ ਦੇ ਦਿੰਦੀਆਂ ਹਨ। ਇਸੇ ਪ੍ਰਕਾਰ ਬਾਣੀ ਵੀ ਕਹਿੰਦੀ ਹੈ 60 ਕੇ ਬੁਢੇਪਾ ਆਵੇ। ਉਸ ਉਮਰ ਤੋਂ ਲੈ ਕੇ ਸਤਿਗੁਰੂ ਜੀ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਆਰੰਭ ਕੀਤੀ ਹੈ। ਤੇ ਸ਼ਲੋਕ ਵਾਰਾਂ ਤੇ ਵਧੇਕ ਵਿੱਚ ਆਪਾਂ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਗੁਰਮੁਖ ਨੇ ਉਹ ਕਦੀ ਬੁੱਢੇ ਨਹੀਂ ਹੁੰਦੇ। ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਇਸੇ ਪ੍ਰਕਾਰ ਗੁਰੂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਭਾਈ ਮਣੀ ਸਿੰਘ ਜੀ ਨੇ 75-80 ਸਾਲ ਦੀ ਉਮਰ ਵਿੱਚ ਜਾ ਕੇ ਆਪਣਾ ਬੰਦ ਕਟਵਾਇਆ ਹੈ। ਤੇ ਬਾਬਾ ਦੀਪ ਸਿੰਘ ਜੀ ਨੇ 80ਵੇਂ ਸਾਲਾਂ ਦੀ ਉਮਰ ਵਿੱਚ ਜਾ ਕੇ 18 ਸ਼ੇਰ ਦਾ ਖੰਡਾ ਲੈ ਕੇ ਮੈਦਾਨੇ ਜੰਗ ਵਿੱਚ ਯੁੱਧ ਕੀਤਾ ਹੈ। ਇਹ ਸਤਿਪੁਰਸ਼ਾਂ ਦੀ ਬੰਦਗੀ ਦਾ ਪ੍ਰਤਾਪ ਹੋਇਆ ਕਰਦਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਅਮਰਦਾਸ ਮਹਾਰਾਜ ਜੀ 90 ਸਾਲ ਦੀ ਉਮਰ ਵਿੱਚ ਘੋੜੇ ਤੇ ਸਵਾਰ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਹਰਿਦੁਆਰ ਤੱਕ ਤੀਰਥ ਉਦਮ ਸਤਿਗੁਰ ਕੀਆ। ਸਭ ਲੋਕ ਉਦਰਨ ਅਰਥਾ। ਮਨੁੱਖਤਾ ਦੇ ਭਲੇ ਹਿੱਤ, ਜੀਵਾਂ ਦੇ ਉਦਾਰ ਹਿੱਤ ਗੁਰੂ ਨਾਨਕ ਸਾਹਿਬ ਜੀ ਦੀ ਤਰ੍ਹਾਂ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ ਹਨ। ਸੋ ਐਸੇ ਦੀਨ ਦਿਆਲ ਸਤਿਗੁਰੂ ਜੀ 22 ਸਾਲ ਗੋਇੰਦਵਾਲ ਸਾਹਿਬ ਵਿੱਚ ਰਹੇ ਹਨ। ਕਵੀ ਜੀ ਆਖਦੇ ਨੇ, ਇਤਿਹਾਸ ਆਖਦਾ ਹੈ, ਤਵਾਰੀਖ ਦੇ ਪੰਨੇ ਦੱਸਦੇ ਹਨ ਕਿ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ, ਬਚਨ ਕੀਤਾ ਹੈ, ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੂਟੈ ਮੋਹੈ। ਕਿਉਂਕਿ ਗੁਰੂ ਸਮਰੱਥ ਹੈ। ਬਾਣੀ ਕਹਿੰਦੀ ਹੁਕਮੇ ਹੀ ਜਮ ਲੱਗਦਾ, ਹੁਕਮੇ ਕੱਢਦਾ ਸਾਹਾ ਹੈ। ਜਮ ਜਿਹੜਾ ਹੈ ਉਹ ਪਰਮੇਸ਼ਰ ਦੇ ਗੁਰੂ ਦੇ ਹੁਕਮ ਵਿੱਚ ਹੈ। ਇਸ ਲਈ ਸਤਿਗੁਰਾਂ ਹੁਕਮ ਕੀਤਾ ਹੈ ਤਾਂ ਇਸ ਨਗਰ ਵਿੱਚ ਕੋਈ ਵੀ ਮੌਤ ਨਹੀਂ ਹੋਈ ਹੈ। ਤਬ ਲੋ ਇਸਤਰੀ ਪੁਰਖ ਆਨੰਦੇ। ਤਾਂ ਇਸਤਰੀ ਪੁਰਖ ਜਿਹੜੇ ਨੇ ਇਸ ਨਗਰ ਵਿੱਚ ਬੜੇ ਆਨੰਦ ਸਹਿਤ ਰਹਿ ਰਹੇ ਹਨ। ਕਿਸਕੇ ਨਹਿ ਜਮ ਪ੍ਰਾਨ ਨਿਕੰਦੇ। ਕਿਸੇ ਦੇ ਵੀ ਪ੍ਰਾਣ ਜਿਹੜੇ ਨੇ ਉਹਨਾਂ ਦੀ ਹਾਨੀ ਨਹੀਂ ਹੋਈ ਹੈ। ਸੁਤ ਪਰਿਵਾਰ ਬਸੇ ਸੁਖ ਪਾਈ। ਸਾਰੇ ਪਰਿਵਾਰ ਖੁਸ਼ੀ ਸਹਿਤ ਵਸਦੇ ਹਨ। ਜਮ ਕੋ ਤਰਾਸ ਦਿਓ ਵਿਸਰਾਈ। ਤੇ ਸਾਰਿਆਂ ਦੇ ਅੰਦਰੋਂ ਗੁਰੂ ਸਾਹਿਬ ਦੇ ਜੀਵਨ ਕਾਲ ਵਿੱਚ ਮੌਤ ਦਾ ਡਰ ਜਿਹੜਾ ਹੈ ਉਹ ਵਿਸਰ ਗਿਆ ਹੈ। ਅਚਰਜ ਚਰਤ ਗੁਰੂ ਕੇ ਮਹਾ। ਸਤਿਗੁਰਾਂ ਦੇ ਜਿਹੜੇ ਨੇ ਕੌਤਕ ਖੇਲ ਜਿਹੜੇ ਨੇ ਉਹ ਹੈਰਾਨੀਜਨਕ ਹਨ। ਦੀਪਕ ਬਰੈ ਤੇਲ ਨਹਿ ਜਹਾਂ। ਮਾਨੋ ਕਿ ਗੁਰੂ ਸਮਰੱਥ ਹੈ, ਬਿਨਾਂ ਤੇਲ ਤੋਂ ਹੀ ਦੀਵਾ ਬਾਲ ਸਕਦੇ ਹਨ। ਸਿਗਤਾ ਮੈਂ ਤੇ ਤੇਲ ਨਿਕਾਸ ਹੈ। ਗੁਰੂ ਸਮਰੱਥ ਹੈ, ਰੇਤ ਦੇ ਵਿੱਚੋਂ ਵੀ ਤੇਲ ਕੱਢ ਸਕਦਾ ਹੈ। ਸਿਕਤਾ ਕੋ ਜਲ ਕਰ ਤ੍ਰਿਪਤਾਸ ਹੈ। ਜੇ ਗੁਰੂ ਪਾਉਂਦਾ ਹੋਵੇ, ਗੁਰੂ ਚਾਹੁੰਦਾ ਹੋਵੇ ਤਾਂ ਗੁਰੂ ਰੇਤ ਨੂੰ ਜਲ ਦੇ ਨਾਲ ਤ੍ਰਿਪਤ ਕਰ ਸਕਦਾ ਹੈ। ਜਲ ਪਰ ਪਾਵਕ ਪਰਮ ਪ੍ਰਜਾਰ ਹੈ। ਗੁਰੂ ਸਮਰੱਥ ਹੈ, ਚਾਹੇ ਤਾਂ ਪਾਣੀ ਦੇ ਉੱਪਰ ਅਗਨੀ ਬਾਲ ਸਕਦਾ ਹੈ। ਪਾਵਕ ਚੰਦਰ ਸੁਦ੍ਰਿਸ਼ ਕਰ ਡਾਰ ਹੈ। ਤੇ ਅੱਗ ਨੂੰ ਜਿਹੜਾ ਹੈ ਚੰਦਰਮਾ ਦੀ ਤਰ੍ਹਾਂ ਠੰਡੀ ਕਰ ਸਕਦਾ ਹੈ। ਚੰਦ ਦਿਨੰਦ ਮਨਿੰਦ ਬਨਾਵ ਹੈ। ਤੇ ਚੰਦ ਨੂੰ ਸੂਰਜ ਦੀ ਤਰ੍ਹਾਂ ਗਰਮ ਕਰਨ ਦੇ ਸਮਰੱਥ ਹੈ। ਛਿਤ ਪਰ ਆਨੰਦ ਨਿੰਦ ਸੁਭਾਵ ਹੈ। ਪਰਮੇਸ਼ਰ ਨੂੰ ਭਾਵੇ ਤਾਂ ਸੂਰਜ ਨੂੰ ਧਰਤੀ ਨਾਲ ਛੁਆ ਸਕਦਾ ਹੈ। ਛਿਤ ਕੋ ਵਾਯ ਸਮਾਨ ਚਲਾਵੈ। ਧਰਤੀ ਨੂੰ ਹਵਾ ਦੀ ਤਰ੍ਹਾਂ ਚਲਾ ਸਕਦਾ ਹੈ। ਵਾਯੂ ਕੋ ਸਮੇਰ ਮਿਟਾਵ ਹੈ। ਤੇ ਹਵਾ ਨੂੰ ਸਮੇਰ ਪਰਬਤ ਦੀ ਥਾਂ ਇੱਕ ਥਾਂ ਖੜੀ ਅਡੋਲ ਕਰ ਸਕਦਾ ਹੈ। ਮੇਰ ਧੂਰ ਕਨ ਕਰੈ ਉਡਾਵੈ ਹੈ। ਗੁਰੂ ਸਮਰੱਥ ਹੈ, ਗੁਰੂ ਨੂੰ ਭਾਉਂਦਾ ਹੋਵੇ ਤਾਂ ਸਮੇਰ ਪਰਬਤ ਨੂੰ ਧੂੜ ਦੇ ਕਿਣਕੇ ਦੀ ਤਰ੍ਹਾਂ ਉਡਾ ਸਕਦਾ ਹੈ। ਧੂਲੀ ਕਨ ਕੋ ਸੈਲ ਬਨਾਵੈ ਹੈ। ਤਾਂ ਧੂੜ ਦੇ ਕਿਣਕੇ ਨੂੰ ਜਿਹੜਾ ਹੈ ਉਹ ਪਰਬਤ ਬਣਾ ਸਕਦਾ ਹੈ। ਸੈਲ ਤੁੰਗ ਥਲ ਘਰਤ ਦੇਹ ਕਰ। ਤੇ ਜਿਹੜਾ ਪਹਾੜ ਦੇ ਉੱਪਰ ਵਸਣ ਵਾਲਾ ਹੈ ਉਸ ਨੂੰ ਖੂਹ ਵਿੱਚ ਪਾ ਸਕਦਾ ਹੈ। ਘਰਤ ਗਿਰੇ ਕੋ ਦੇਹ ਸੁਰਗ ਬਾਰ। ਖੂਹ ਵਿੱਚ ਗਿਰੇ ਹੋਏ ਨੂੰ ਸਵਰਗ ਉੱਚੇ ਥਾਂ ਤੇ ਨਿਵਾਸ ਦੇ ਸਕਦਾ ਹੈ। ਸੁਰਗ ਦੇਵ ਆਵਗਿਕ ਹੋਏ। ਜੇ ਸੁਰਗਾਂ ਦੇ ਦੇਵਤੇ ਵੀ ਹੁਕਮ ਤੋਂ ਅਵੱਗਿਆ ਕਰ ਜਾਂਦੇ ਹਨ ਤਾਂ ਗਿਰਹਿ ਨਰਕ ਨ ਬਿਲ ਮੈਂ ਕੋਏ। ਉਹਨਾਂ ਨੂੰ ਨਰਕ ਵਿੱਚ ਪਾਉਂਦਿਆਂ ਵੀ ਗੁਰੂ ਸਮਰੱਥ ਹੈ, ਦੇਰੀ ਨਹੀਂ ਲਾਉਂਦਾ ਹੈ। ਨਰਕ ਜਾਤ ਨਾ ਜੀਵ ਜੋ ਸਹਿ। ਜਿਹੜੇ ਜੀਵ ਨਰਕ ਵਿੱਚ ਪਏ ਕੁਰਲਾਟ ਮਚਾ ਰਹੇ ਹਨ, ਗੁਰ ਕਰੁਣਾ ਤੇ ਮੁਕਤ ਸੋ ਲਹੈ। ਗੁਰੂ ਦੀ ਕਿਰਪਾ ਹੋ ਜਾਵੇ ਤਾਂ ਉਹ ਇੱਕਦਮ ਮੁਕਤ ਪਦਵੀ ਨੂੰ ਪ੍ਰਾਪਤ ਹੋ ਸਕਦੇ ਹਨ। ਵੇਦ ਪਰਪੰਚ ਮਿਰਜਾਦ ਵਿਗਾਵ ਹੈ। ਜੋ ਪਰਮੇਸ਼ਰ ਦੀ ਬਣਾਈ ਸ੍ਰਿਸ਼ਟੀ ਹੈ, ਜੋ ਵਿਧੀ ਹੈ, ਜੋ ਇਹਦੀ ਮਰਿਆਦਾ ਹੈ, ਇਸ ਨੂੰ ਵਿਗਾੜਨ ਦੇ ਵੀ ਸਮਰੱਥ ਹੈ। ਵਿਗੜੇ ਕੀ ਮਿਰਜਾਦ ਸੁਧਾਰੈ। ਤੇ ਵਿਗੜੀ ਹੋਈ ਮਰਿਆਦਾ ਨੂੰ ਸੁਧਾਰਨ ਦੇ ਵੀ ਗੁਰੂ ਸਮਰੱਥ ਹੈ। ਚੱਲ ਚਲਾਵੈ ਚਲ ਸਥਿਰਾਵੈ। ਚੱਲਦੇ ਸਥਿਰ ਨੂੰ ਚਲਾ ਸਕਦਾ ਹੈ ਤੇ ਚੱਲਦੇ ਹੋਏ ਨੂੰ ਸਥਿਰ ਕਰਨ ਦੇ ਸਮਰੱਥ ਹੈ। ਰਾਉ ਰੰਕ
ਰੰਗ ਕਰਾਓ ਬਣਾਵੇ। ਤੇ ਰਾਜੇ ਨੂੰ ਕੰਗਾਲ ਤੇ ਕੰਗਾਲ ਨੂੰ ਰਾਜਾ ਬਣਾਉਣ ਦੇ ਸਮਰੱਥ ਹੈ। ਸਾਧ ਸੰਗਤ ਬਾਣੀ ਚੋਂ ਇਹ ਬਚਨ ਆਪਾਂ ਪੜ੍ਹਦੇ ਹਾਂ, ਕਿਉਂਕਿ ਨਾਲ ਨਾਲ ਬਾਣੀ ਦੀ ਮੋਹਰ ਲੱਗਦੀ ਰਹੇ ਤਾਂ ਫਿਰ ਸਾਨੂੰ ਇਤਿਹਾਸ ਤੇ ਕੋਈ ਸ਼ੰਕਾ ਨਹੀਂ ਰਹੇਗਾ। ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਨੇ, ਹਰ ਕੀ ਗਤ ਨੇ ਕੋ ਜਾਣੇ, ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਕ ਸਿਆਣੇ ਰਹਾਓ। ਛਿਣ ਮੈਂ ਰਾਓ ਰੰਗ ਕਉ ਕਰ ਈ, ਰਾਓ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਣਾਵੇ, ਇਹ ਤਾਕੋ ਵਿਵਹਾਰੇ। ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਰਾਜ ਆਸ਼ਰਮ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹਉ ਚੇਰੀ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ, ਖਲ ਪੰਡਿਤ ਤੇ ਮੂਰਖ ਕਰਬੋ, ਮੂਰਖ ਪੰਡਿਤ ਤੇ ਮੁਗਦਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿੰਨ ਮੂਰਤ ਬਲਿਹਾਰੀ। ਗੁਰੂ ਇੰਨਾ ਸਮਰੱਥ ਹੈ। ਸੁਖਮਨੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਨੀਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਜਿਸ ਕਾ ਸਾਥ ਨਾ ਕਾੜ ਤੇ ਆਪ, ਤਾਕਉ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਵ ਬਿਰਥੇ ਜਾਤ। ਮਾਰੈ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੈ ਹਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਸੋ ਗੁਰੂ ਕਰਨ ਕਾਰਨ ਹੈ, ਗੁਰੂ ਸਮਰੱਥ ਹੈ। ਇਸੇ ਪ੍ਰਕਾਰ ਗੁਰਬਾਣੀ ਦੇ ਅਨੁਸਾਰ ਹੀ ਕਵੀ ਜੀ ਨੇ ਸਤਿਗੁਰਾਂ ਦੀ ਮਹਿਮਾ ਜਿਹੜੀ ਹੈ ਇਤਿਹਾਸ ਦੇ ਪੰਨਿਆਂ ਉੱਪਰ ਵਰਣਨ ਕੀਤੀ ਹੈ। ਏਮ ਅਚਰਜ ਸਤਿਗੁਰ ਕੇ ਖੇਲ, ਇਸ ਪ੍ਰਕਾਰ ਸਤਿਗੁਰੂ ਦੇ ਖੇਲ ਜਿਹੜੇ ਨੇ ਬੜੇ ਹੈਰਾਨ ਵਿਸਮਾਦ ਕਰਨ ਵਾਲੇ ਹਨ। ਜਿਨ ਕੋ ਕੋਈ ਨਾ ਸਾਕ ਸਪੇਲ, ਕੋਈ ਵੀ ਜਿਹੜਾ ਹੈ ਇਸ ਗੱਲ ਨੂੰ ਨਹੀਂ ਸਮਝ ਸਕਦਾ ਹੈ। ਚਾਹੇ ਸੋ ਕਰੈ ਪ੍ਰਭੂ ਸਮਰੱਥ, ਜੋ ਚਾਹੇ ਸਮਰੱਥ ਪ੍ਰਭੂ ਕਰ ਸਕਦਾ ਹੈ। ਪੰਨਨ ਘੜਨ ਜਿਨੂ ਕੇ ਹੱਥ, ਜੋੜਨਾ ਤੇ ਤੋੜਨਾ, ਭੰਨਣਾ ਤੇ ਘੜਨਾ, ਇਹ ਗੁਰੂ ਤੇ ਪ੍ਰਭੂ ਦੇ ਸਮਰੱਥ ਦੇ ਹੱਥ ਵਿੱਚ ਹੈ। ਕਿਉਂਕਿ ਬਾਣੀ 'ਚੋਂ ਆਪਾਂ ਬਚਨ ਪੜ੍ਹਦੇ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਗੁਰੂ ਸਾਹਿਬ ਜੀ ਨੇ ਵੇਖੋ ਬਾਣੀ ਦੇ ਅੰਦਰ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਬਾਣੀ ਦੇ ਅੰਦਰ ਉਸ ਸਮੇਂ ਦਾ ਵਰਣਨ ਵੀ ਕੀਤਾ ਹੈ ਨਾ, ਜਦੋਂ ਅਜੇ ਸ੍ਰਿਸ਼ਟੀ ਪੈਦਾ ਨਹੀਂ ਕੀਤੀ। ਕਿਉਂਕਿ ਸਾਧ ਸੰਗਤ ਤੇ ਜਿਹੜੀ ਰੱਬੀ ਬਾਣੀ ਹੈ, ਖਸਮ ਕੀ ਬਾਣੀ ਹੈ, ਅਕਾਲ ਪੁਰਖ ਪਰਮੇਸ਼ਰ ਜੀ ਦੇ ਬਚਨ ਨੇ, ਧੁਰ ਕੀ ਬਾਣੀ ਹੈ, ਸੱਚ ਕੀ ਬਾਣੀ ਹੈ। ਇਹ ਜੋ ਬਚਨ ਨੇ, ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ। ਸਤਪੁਰਸ਼ਾਂ ਦੇ ਦੁਆਰਾ ਆਪਣੇ ਕਲਯੁਗੀ ਜੀਵਾਂ ਤੱਕ ਆਈ ਹੈ। ਜੋ ਪਰਮੇਸ਼ਰ ਹੈ ਉਹ ਆਪ ਸਤ ਸਰੂਪ ਹੈ ਤੇ ਉਹਦੀ ਬਾਣੀ ਵੀ ਸਤ ਹੈ। ਇਸ ਕਰਕੇ ਪਰਮੇਸ਼ਰ ਤਾਂ ਕਦੀ ਝੂਠ ਨਹੀਂ ਨਾ ਬੋਲੇਗਾ। ਗੁਰਬਾਣੀ ਦੇ ਉੱਪਰ ਸਾਨੂੰ ਪੂਰਨ ਤੌਰ ਤੇ ਨਿਸ਼ਚਾ ਕਰਨਾ ਚਾਹੀਦਾ ਹੈ। ਜੇ ਕਦੇ ਕੋਈ ਸਮਝ ਨਹੀਂ ਆਉਂਦੀ ਤੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ, ਬੇਨਤੀ ਕਰਨੀ ਚਾਹੀਦੀ ਹੈ। ਇਹ ਮੰਨਣਾ ਚਾਹੀਦਾ ਹੈ ਕਿ ਮੇਰੀ ਮੱਤ ਛੋਟੀ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਇਹ ਨਹੀਂ ਕਹਿਣਾ ਚਾਹੀਦਾ ਗੁਰਬਾਣੀ ਗਲਤ ਹੈ। ਗੁਰਬਾਣੀ ਉੱਪਰ ਕਿੰਤੂ ਕਰਨਾ, ਗੁਰਬਾਣੀ ਉੱਪਰ ਸ਼ੰਕਾ ਕਰਨਾ ਤਾਂ ਆਪਣੇ ਆਪ ਨੂੰ ਸਿੱਧਾ ਨਰਕ ਵਿੱਚ ਪਾਉਣ ਦੇ ਤੁੱਲ ਹੈ। ਕਿਉਂਕਿ ਗੁਰਬਾਣੀ ਸਮਰੱਥ ਹੈ, ਅਸੀਂ ਅਲਪਾਗਾਂ, ਸਾਡੀ ਮੱਤ ਛੋਟੀ ਹੈ। ਤੇ ਕੁਝ ਭੇਦ ਨੇ ਗੁਰਬਾਣੀ ਦੇ ਜਿਹੜੇ ਬੋਲ ਕੇ ਨਹੀਂ ਸਮਝਾਏ ਜਾ ਸਕਦੇ, ਜਿਹੜੇ ਦੱਸਣ ਦਾ ਵਿਸ਼ਾ ਨਹੀਂ ਹਨ, ਕਥਨ ਦਾ ਵਿਸ਼ਾ ਨਹੀਂ। ਉਹ ਕੇਵਲ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰ ਸਕਦੇ ਹਾਂ। ਤੇ ਜਦੋਂ ਸਤਿਗੁਰੂ ਜੀ ਸਾਨੂੰ ਸਿਮਰਨ ਦੇ ਦੁਆਰਾ ਪ੍ਰਭ ਕੇ ਸਿਮਰਨ, ਗਿਆਨ, ਧਿਆਨ, ਤਤ ਬੁੱਧ, ਤਤ ਬੁੱਧੀ ਦੀ ਦਾਤ ਦਿੰਦੇ ਨੇ। ਵਿਵੇਕ ਬੁੱਧ ਜਿਹੜੀ ਹੈ ਉਹ ਗੁਰੂ ਕੋਲੋਂ ਮਿਲਦੀ ਹੈ, ਕਿਸੇ ਮਨੁੱਖ ਕੋਲੋਂ ਨਹੀਂ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਇਸ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਸੋਝੀ ਗੁਰੂ ਬਖਸ਼ਿਸ਼ ਕਰਨ ਵਾਲਾ ਹੈ, ਗਿਆਨ ਗੁਰੂ ਨੇ ਦੇਣਾ ਹੈ। ਜਿਸ ਵੀ ਗੱਲ ਦੀ ਸਮਝ ਨਹੀਂ ਪੈਂਦੀ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਹ ਗੁੱਝੇ ਭੇਦ ਜਿਹੜੇ ਨੇ ਗੁਰੂ ਤੋਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਪਰ ਇਹ ਜ਼ਰੂਰੀ ਨਹੀਂ ਕਿ ਅਸੀਂ ਇਹਨਾਂ ਨੂੰ ਕਥਨ ਕਰ ਸਕੀਏ, ਕਿਉਂਕਿ ਜਿਸ ਨੂੰ ਇਹ ਰਸ ਆਉਂਦਾ ਹੈ, ਜਿਸ ਨੂੰ ਇਹ ਆਨੰਦ ਪ੍ਰਾਪਤ ਹੁੰਦਾ ਹੈ ਨਾ,
ਉਹ ਗੱਲਾਂ ਕਥਨ ਤੇ ਕਹਿਣ ਤੋਂ ਬਾਹਰੀਆਂ ਨੇ, ਪਰੇ ਦੀਆਂ ਗੱਲਾਂ ਨੇ। ਇਸੇ ਕਰਕੇ ਨਾਸਤਿਕ ਲੋਕ ਕਹਿੰਦੇ ਨੇ ਕਿ ਪਰਮੇਸ਼ਰ ਸਪਸ਼ਟ ਕਰਕੇ ਦਿਖਾਓ ਸਾਨੂੰ, ਜੋ ਪ੍ਰਤੱਖ ਕਰਕੇ ਦਿਖਾਓ। ਪਰ ਸਾਧ ਸੰਗਤ ਜਿਨ੍ਹਾਂ ਕੋਲੇ ਅੱਖ ਹੈ ਉਹਨਾਂ ਵਾਸਤੇ ਗੁਰੂ ਪ੍ਰਤੱਖ ਹੈ, ਪਰ ਉੱਲੂ ਨੂੰ ਸੂਰਜ ਨਹੀਂ ਦਿਖਾਇਆ ਜਾ ਸਕਦਾ, ਕਿਉਂਕਿ ਉਹਦੇ ਕੋਲ ਦੇਖਣ ਦੀ ਸਮਰੱਥਾ ਨਹੀਂ ਹੈ। ਇਸ ਲਈ ਜਿਹਦੇ ਕੋਲ ਸਮਰੱਥਾ ਹੈ ਨਾ, ਜਿਹਦੇ ਉੱਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਉਹੀ ਗੁਰੂ ਦੇ ਇਹਨਾਂ ਗੁੱਝੇ ਭੇਦਾਂ ਨੂੰ, ਇਹਨਾਂ ਬਖਸ਼ਾਂ ਨੂੰ, ਇਹਨਾਂ ਰਹਿਮਤਾਂ ਨੂੰ ਪ੍ਰਾਪਤ ਕਰਦਾ ਤੇ ਜਾਣਦਾ ਹੈ। ਇਹ ਅਸੀਂ ਗੁਰੂ ਚਰਨਾਂ ਵਿੱਚ ਗੁਰੂ ਦੇ ਸ਼ਬਦ ਨਾਲ ਜੁੜ ਕੇ, ਸ਼ਬਦ ਅਭਿਆਸ ਦੇ ਦੁਆਰਾ ਇਹ ਦਾਤ ਜਿਹੜੀ ਹੈ ਸਤਿਗੁਰੂ ਜੀ ਦੇ ਕੋਲੋਂ ਪ੍ਰਾਪਤ ਕਰ ਸਕਦੇ ਹਾਂ। ਤਦਪ ਜੋ ਆਵਤ ਚਲੀ ਅਨਾਦ, ਇਸੇ ਪ੍ਰਕਾਰ ਜੋ ਆਦਿ ਤੋਂ ਲੈ ਕੇ ਮਰਿਆਦਾ ਚੱਲੀ ਆ ਰਹੀ ਹੈ, ਰਾਖਨ ਹਿਤ ਰਖੈ ਮਿਰਜਾਦ। ਸਤਿਗੁਰੂ ਜੀ ਉਸ ਮਰਿਆਦਾ ਨੂੰ ਰੱਖਦੇ ਹਨ, ਭਾਵ ਜਾਣਦੇ ਹੋਏ ਵੀ ਜਣਾਉਂਦੇ ਨਹੀਂ ਹਨ। ਦਇਆ ਸਿੰਧ ਸਿੱਖ ਵਤਸਲ ਮਹਾ, ਸਤਿਗੁਰੂ ਜੀ ਦਇਆ ਦੇ ਸਾਗਰ ਹਨ। ਜਸ ਵਿਸਤਿਤ ਭਇਓ ਜੈ ਕਹਾ, ਤੇ ਸਤਿਗੁਰਾਂ ਦੇ ਬਹੁਤ ਪਿਆਰੇ ਤੇ ਮਹਾਨ ਹਨ, ਤੇ ਸਤਿਗੁਰੂ ਜੀ ਦਾ ਜਸ ਜਿੱਥੇ ਕਿੱਥੇ ਫੈਲਿਆ ਹੋਇਆ ਹੈ। ਨਿਜਪੁਰ ਮੈਂ ਗੁਰਪੁਰਖ ਅਗਾਧ, ਸਤਿਗੁਰੂ ਜੀ ਨਿਜਪੁਰੀ ਭਾਵ ਗੋਇੰਦਵਾਲ ਦੇ ਵਿੱਚ ਅਗਾਧ ਪੁਰਖ ਗੁਰੂ ਅਮਰਦਾਸ ਜੀ ਵਸਦੇ ਹਨ। ਵਰਜੀ ਆਦ ਰੁਵਿਆਦ ਉਪਾਦ, ਇੱਥੇ ਸਤਿਗੁਰਾਂ ਨੇ 3 ਤਾਪ ਆਦ ਵਿਆਦ ਉਪਾਦ ਜਿਹੜੇ ਨੇ ਉਹ ਵੀ ਵਰਜਿਤ ਕੀਤੇ ਹੋਏ ਹਨ। ਤਬ ਅਕਬਰ ਦਿੱਲੀ ਤੇ ਆਵਾ, ਸੋ ਇਸੇ ਪ੍ਰਕਾਰ ਸਾਧ ਸੰਗਤ ਇੱਥੋਂ ਪ੍ਰਸੰਗ ਬਦਲ ਜਾਂਦਾ ਹੈ। ਅਕਬਰ ਬਾਦਸ਼ਾਹ ਦਾ ਦਿੱਲੀ ਤੋਂ ਆਉਣਾ, ਇਹ ਪ੍ਰਸੰਗ ਆਪਾਂ ਕੱਲ੍ਹ ਨੂੰ ਸ਼ਰਵਣ ਕਰਾਂਗੇ, ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਉਹ ਸਿਮਰਨ ਦਾ ਸਮਾਂ ਹੈ। ਬੇਅੰਤ ਸੰਗਤਾਂ ਜਿਹੜੀਆਂ ਨੇ ਗੁਰੂ ਪਿਆਰ ਵਿੱਚ ਜੁੜ ਬੈਠੀਆਂ ਨੇ। ਸੋ ਇਸ ਲਈ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਜੋ ਅਗਲਾ ਪ੍ਰੋਗਰਾਮ ਹੈ ਸਤਿਕਾਰਯੋਗ ਭਾਈ ਸਾਹਿਬ ਜੀ ਤੋਂ ਸ਼ਰਵਣ ਕਰੀਏ, ਸ਼ਬਦ ਨਾਲ ਜੁੜਨ ਦਾ ਉਪਰਾਲਾ ਕਰੀਏ ਜੀ। ਸਤਿਗੁਰਾਂ ਦੇ ਅੰਮ੍ਰਿਤਮਈ ਇਤਿਹਾਸ, ਗੁਰਬਾਣੀ, ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਭੁੱਲਾਂ ਦਾ ਹੋਣਾ ਸੁਭਾਵਿਕ ਹੀ ਹੈ। ਮਨੁੱਖੀ ਮੱਤ ਹੈ, ਬਾਣੀ ਦਾ ਫੈਸਲਾ ਹੈ, ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਇਸ ਲਈ ਭੁੱਲ ਜਾਣਾ ਸੁਭਾਵਿਕ ਹੈ। ਸਤਿਗੁਰਾਂ ਦੇ ਚਰਨਾਂ ਵਿੱਚੋਂ ਤੇ ਆਪ ਸੰਗਤ ਦੇ ਚਰਨਾਂ ਵਿੱਚੋਂ ਖਿਮਾ ਦੇ ਜਾਚਕਾਂ, ਇਹ ਤਾਂ ਸਤਿਗੁਰੂ ਜੀ ਆਪ ਹੀ ਬਖਸ਼ਿਸ਼ ਕਰਕੇ ਸੇਵਾ ਲੈਂਦੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਸੰਪੂਰਨ ਕਥਾ ਕਰਕੇ ਇਹੀ ਬਚਨ ਅਖੀਰ ਤੇ ਆਖੇ ਹਨ, ਬਹੁਰ ਸ੍ਰੀ ਗੁਰ ਬਚਨ ਬਖਾਨੋ, ਅਰਥ ਤਾਹੇ ਗੁਰੂ ਨਾਨਕ ਜਾਨੋ। ਅਸੀਂ ਤਾਂ ਕੇਵਲ ਇਹਦੇ ਅਰਥ ਕੀਤੇ ਨੇ ਆਪਣੇ ਮਤ ਅਨੁਸਾਰ, ਬੁੱਧ ਅਨੁਸਾਰ। ਅਸਲ ਅਰਥ ਦੇ ਸਮਰੱਥ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹੀ ਜਾਣਦੇ ਹਨ। ਸੋ ਇਸ ਲਈ ਅਸੀਂ ਕੀਟ ਉਹਨਾਂ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜਾਂ, ਇੱਕ ਕਿਣਕਾ ਮਾਤਰ ਵੀ ਮਿਲ ਜਾਵੇ ਤਾਂ ਸਾਧ ਸੰਗਤ ਜੀਵਨ ਸਫਲ ਹੈ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।